ਵਾਹਿਗੁਰੂ 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 ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ। ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਿਕ ਤੁਮਰੇ ਤਾਰੇ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ। ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਿਕ ਤੁਮਰੇ ਤਾਰੇ। ਜਿਹਵਾ ਏਕ ਕਵਨ ਗੁਣ ਕਹੀਐ, ਬੇਸੁਮਾਰ ਬੇਅੰਤ ਸੁਆਮੀ। ਤੇਰੋ ਅੰਤ ਨ ਕਿਨਹੀ ਲਹੀਐ, ਰਹਾਉ। ਕੋਟ ਪਰਾਧ ਹਮਾਰੇ ਖੰਡੋ, ਅਨਕ ਵਿਧि ਸਮਝਾਵੋ। ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਨ ਬਿਰਦ ਰਖਾਵੋ। ਤੁਮਰੀ ਸਰਣ ਤੁਮਾਰੀ ਆਸਾ, ਤੁਮ ਹੀ ਸਜਨ ਸੁਹੇਲੇ। ਰਾਖੋ ਰਾਖਨਹਾਰ ਦਇਆਲਾ, ਨਾਨਕ ਘਰ ਕੇ ਗੋਲੇ। ਤੁਮਰੀ ਸਰਣ ਤੁਮਾਰੀ ਆਸਾ, ਤੁਮ ਹੀ ਸਜਨ ਸੁਹੇਲੇ। ਰਾਖੋ ਰਾਖਨਹਾਰ ਦਇਆਲਾ, ਨਾਨਕ ਘਰ ਕੇ ਗੋਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਸਨਮਾਨਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ, ਆਪ ਵਡਭਾਗੇ ਹੋ। ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਸ੍ਰੀ ਮੁਖਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਰ ਹਾਲ ਤਥਾ ਦੇਸ਼ ਵਿਦੇਸ਼ਾਂ ਦੇ ਅੰਦਰ, ਘਰਾਂ ਦੇ ਅੰਦਰ PTC ਦੇ ਮਾਧਿਅਮ ਰਾਹੀਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ
ਪਾਵਨ ਹਾਜ਼ਰੀ ਵਿੱਚ ਜੁੜ ਬੈਠੇ ਹੋ। ਜੁਗੋ ਜੁਗ ਅਟਲ ਦੀਨ ਦੁਨੀਆ ਦੇ ਮਾਲਕ, ਹਾਉਤ ਪਾਉਤ ਦੇ ਰਾਖੇ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਸ੍ਰੀ ਮੁਖ ਵਾਕ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਿਤ ਕਲਯੁਗੀ ਜੀਵਾਂ ਦੇ ਉਧਾਰਕ ਸ਼ਾਂਤੀ ਦੇ ਮੁਜੱਸਮੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਦੁਆਰਾ ਸਮੁੱਚੀ ਲੋਕਾਈ ਨੂੰ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਦੇ ਇਸ ਪਾਵਨ ਹੁਕਮ ਅੰਦਰ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਸਨਮੁਖ ਬੇਨਤੀ ਕੀਤੀ ਹੈ ਅਤੇ ਗੁਰਸਿੱਖਾਂ ਨੂੰ ਵੀ ਬੇਨਤੀ ਕਰਨ ਦੀ ਜਾਚ ਸਿਖਾਈ ਹੈ। ਆਓ ਪਿਆਰ ਸਹਿਤ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ। ਰਾਗ ਧਨਾਸਰੀ ਵਿੱਚ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਅੱਜ ਦਾ ਇਹ ਪਾਵਨ ਹੁਕਮ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਧਨਾਸਰੀ ਰਾਗਣੀ ਵੀ ਮੰਨੀ ਹੈ ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗਾਂ ਅਨੁਸਾਰ ਇਹਨੂੰ ਰਾਗ ਵੀ ਕਿਹਾ ਜਾਂਦਾ ਹੈ। ਹਜ਼ੂਰ ਨੇ ਗੁਰਬਾਣੀ ਵਿੱਚ ਇਹਦੀ ਉਦਾਹਰਨ ਵੀ ਦਿੱਤੀ ਹੈ। ਧਨਾਸਰੀ ਧਨਵੰਤੀ ਜਾਣੀਏ ਭਾਈ। ਧਨਾਸਰੀ ਦੇ ਗਾਇਨ ਕਰਨ ਦਾ ਸਮਾਂ 12 ਵਜੇ ਤੋਂ ਲੈ ਕੇ 3 ਵਜੇ ਤੱਕ ਹੈ। ਦਿਨ ਦਾ ਤੀਜਾ ਪਹਿਰ। ਤੋ ਸਤਿਗੁਰੂ ਜੀ ਨੇ ਇਸ ਧਨਾਸਰੀ ਦੇ ਵਿੱਚ ਅੱਜ ਦਾ ਇਹ ਪਾਵਨ ਉਪਦੇਸ਼ ਆਪਾਂ ਨੂੰ ਬਖਸ਼ਿਸ਼ ਕੀਤਾ। ਤੁਮ ਦਾਤੇ ਠਾਕੁਰ ਪ੍ਰਤਪਾਲਕ। ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 673 74 ਤੇ ਇਹ ਹੁਕਮ ਸੁਭਾਇਮਾਨ ਹੈ। ਜੋ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਜੀ ਦੇ ਪਾਸੋਂ ਗੁਰਦੁਆਰਾ ਰਾਮਸਰ ਸਾਹਿਬ ਜੀ ਵਿਖੇ ਪਾਵਨ ਸਰੂਪ ਲਿਖਵਾਇਆ ਸੀ, ਉਸ ਸਰੂਪ ਦੇ ਪੱਤਰੇ ਜਿਹੜੇ ਨੇ ਉਹ 975 ਪੱਤਰੇ ਨੇ ਤੇ 1900 ਤੋਂ ਵੱਧ ਅੰਗ ਨੇ ਉਸ ਪਾਵਨ ਸਰੂਪ ਦੇ। ਡਾਕਟਰ ਜੋਤ ਸਿੰਘ ਜੀ ਨੇ ਜਿੱਥੇ ਸਰੂਪਾਂ ਦੀ ਸਮੀਖਿਆ ਕੀਤੀ ਹੈ
ਉੱਥੇ ਉਹਨਾਂ ਨੇ ਵੱਖ-ਵੱਖ ਸਰੂਪਾਂ ਦੇ ਅੰਗਾਂ ਦਾ ਵੀ ਜ਼ਿਕਰ ਕੀਤਾ ਹੈ। ਪਰ ਗੁਰੂ ਕਾਲ ਦੇ ਵਿੱਚ ਕੋਈ ਵੀ ਸਰੂਪ 1430 ਇਹ ਤਾਂ 1947 ਤੋਂ ਬਾਅਦ ਸੰਗਤ ਜੀ 1430 ਅੰਗ ਦਾ ਸਰੂਪ ਜਿਹੜਾ ਹੈ ਇਹ ਮਸ਼ੀਨੀ ਛਾਪੇ ਦੇ ਵਿੱਚ ਲਿਆਂਦਾ ਗਿਆ ਹੈ। ਔਰ ਪ੍ਰਾਤਨ ਜਿੰਨੇ ਵੀ ਹੱਥ ਲਿਖਤ ਸਰੂਪ ਆਪਾਂ ਨੂੰ ਮਿਲਣਗੇ ਉਹਨਾਂ ਦੇ ਅੰਗ 1430 ਨਹੀਂ ਹੋਣਗੇ, ਜਾਂ ਤਾਂ ਵੱਧ ਹੋਣਗੇ ਤੇ ਜਾਂ ਘੱਟ ਹੋਣਗੇ। ਕੱਲ੍ਹ ਹਰਿਮੰਦਰ ਸਾਹਿਬ ਜੀ ਦੇ ਅੰਦਰ ਜੋ ਸਤਿਗੁਰਾਂ ਦਾ ਪ੍ਰਕਾਸ਼ ਹੋਇਆ, ਗਿਆਨੀ ਕਰਤਾਰ ਸਿੰਘ ਜੀ ਕਲਾਸ ਵਾਲੀਏ, ਉਹਨਾਂ ਨੇ ਇਸ ਸਰੂਪ ਦੀ ਸੋਨੇ ਦੀ ਜਿਲਦ ਬਣਵਾਈ। ਬਾਬਾ ਸ਼ਾਮ ਸਿੰਘ ਜੀ ਜਿਨ੍ਹਾਂ ਨੇ 70 ਸਾਲ ਸਰੰਦੇ ਨਾਲ ਕੀਰਤਨ ਕੀਤਾ ਹਰਿਮੰਦਰ ਸਾਹਿਬ ਜੀ ਦੇ ਅੰਦਰ, ਉਹਨਾਂ ਨੂੰ ਬੇਨਤੀ ਕਰਕੇ, ਔਰ ਦਿੱਲੀ ਤੋਂ ਸ਼ਾਹ ਪਰਿਵਾਰ ਉਹਨਾਂ ਨੇ ਇਸ ਸੋਨੇ ਦੀ ਸੇਵਾ ਕੀਤੀ। ਤੇ ਸੰਗਤ ਜੀ ਉਸ ਸਰੂਪ ਤੇ ਲਿਖਿਆ ਹੈ, ਜਿਹੜੀ ਸੋਨੇ ਦੀ ਜਿਲਦ ਵੱਜੀ ਹੈ ਉਹਦੇ ਉੱਤੇ ਲਿਖਿਆ ਸਰੂਪ ਬਾਬਾ ਦੀਪ ਸਿੰਘ ਜੀ। ਤੇ ਉਸ ਸਰੂਪ ਦੇ ਕੋਈ 1200 ਤੋਂ ਵੱਧ ਅੰਗ ਨੇ। ਇਸ ਤਰ੍ਹਾਂ ਜਿਹੜੇ ਹੱਥ ਲਿਖਤ ਸਰੂਪ ਨੇ ਨਾ, ਉਹਨਾਂ ਦੇ ਅੰਗ ਵੱਧ ਹੁੰਦੇ ਨੇ ਜਾਂ ਘੱਟ ਹੁੰਦੇ ਨੇ। ਇਹ 1430 ਅੰਗ ਵਾਲਾ ਸਰੂਪ ਜਿਹੜਾ ਹੈ, ਇਹ ਭਾਈ ਚਤਰ ਸਿੰਘ ਜੀ, ਭਾਈ ਜੀਵਨ ਸਿੰਘ ਜੀ, ਉਹਨਾਂ ਦੀ ਪ੍ਰੈਸ ਵਿੱਚ ਛਪਿਆ ਹੈ। ਇਸ ਤੋਂ ਪਹਿਲਾਂ ਪੱਥਰ ਦੇ ਛਾਪੇ ਦੇ ਸਰੂਪ ਵੀ ਛਪਦੇ ਰਹੇ, ਮਿਲਦੇ ਵੀ ਨੇ ਕਿਤੇ ਕਿਤੇ। ਤੋ ਸੰਗਤ ਜੀ ਲਾਹੌਰ ਬੁੱਧ ਸਿੰਘ ਦੀ ਪ੍ਰੈਸ ਵਿੱਚ ਸਰੂਪ ਛਪਿਆ ਤੇ ਉਹਦੇ 2600 ਅੰਗ ਸਨ। ਫਿਰ ਦੁਬਾਰਾ ਛਪਿਆ ਤੇ ਉਹਦੇ 1800 ਅੰਗ ਸਨ। ਫਿਰ ਇਹ ਭਾਈ ਚਤਰ ਸਿੰਘ ਤੇ ਭਾਈ ਜੀਵਨ ਸਿੰਘ ਜੀ ਨੇ ਜਿਹੜਾ ਸਰੂਪ ਛਾਪਿਆ ਉਹਦੇ ਅੰਗ 1430 ਸਨ। ਤੇ ਇਹ ਸਰੂਪ ਅੱਜ ਕੱਲ੍ਹ ਪ੍ਰਚਲਿਤ ਹੈ। ਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੱਜ ਵੀ ਉਹ ਪੁਰਾਤਨ ਮਰਜ਼ਾਦਾ ਬਹਾਲ ਹੈ। ਹਰਿਮੰਦਰ ਸਾਹਿਬ ਜੀ ਵਿਖੇ ਹੱਥ ਲਿਖਤ ਸਰੂਪ ਦਾ ਹੀ ਪ੍ਰਕਾਸ਼ ਹੁੰਦਾ ਹੈ। ਔਰ ਕਈ ਵੀਰ ਸਵਾਲ ਵੀ ਕਰਦੇ ਨੇ ਕਿ ਹਰਿਮੰਦਰ ਸਾਹਿਬ ਜੀ ਦਾ ਆਇਆ ਹੁਕਮਨਾਮਾ 1430 ਅੰਗ ਵਾਲੇ ਸਰੂਪ ਨਾਲ ਮੇਲ ਨਹੀਂ ਕਰਦਾ। ਇਹ ਅੱਗੇ ਪਿੱਛੇ ਆਉਂਦਾ ਹੈ, ਕਦੀ ਸੱਜੇ ਪੱਤਰੇ ਤੇ ਕਦੀ ਖੱਬੇ ਪੱਤਰੇ ਤੇ ਵਿਚਕਾਰ ਆਉਂਦਾ ਹੈ।
ਉਹਦਾ ਕਾਰਨ ਇਹੀ ਹੈ ਜੀ, ਉਹ ਹੱਥ ਲਿਖਤ ਸਰੂਪ ਹੋਣ ਕਰਕੇ ਉਹਦੇ ਅੰਗ ਵੱਧ ਨੇ। ਹੁਕਮਨਾਮਾ ਉਸੇ ਮਰਜ਼ਾਦਾ ਅਨੁਸਾਰ ਹੀ ਲਿਆ ਜਾਂਦਾ ਹੈ, ਜਿਸ ਤਰ੍ਹਾਂ ਆਪਾਂ 1430 ਅੰਗ ਦਾ ਲੈਨੇ ਹਾਂ, ਪਰ ਅੰਗ ਵੱਧ ਹੋਣ ਕਰਕੇ ਇਹ ਸੰਗਤ ਜੀ ਉਹ ਹੁਕਮਨਾਮਾ ਜਿਹੜਾ ਨਾ, ਉਹ ਜਾਂ ਤਾਂ ਸੱਜੇ ਪਾਸੇ ਪੱਤਰੇ ਦੇ ਵਿਚਕਾਰ ਆ ਜਾਂਦਾ ਹੈ, ਜਾਂ ਉਹ ਖੱਬੇ ਪਾਸੇ ਪੱਤਰੇ ਦੇ ਵਿਚਕਾਰ ਆ ਜਾਂਦਾ ਹੈ। ਤੋ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਜੋ ਅੱਜ ਦਾ ਹੁਕਮ ਆਪਾਂ ਨੂੰ ਬਖਸ਼ਿਸ਼ ਕੀਤਾ ਹੈ, ਇਹ ਗੁਰੂ ਗ੍ਰੰਥ ਸਾਹਿਬ 1430 ਅੰਗ ਵਾਲੇ ਸਰੂਪ ਤੇ 673 ਤੇ 74 ਤੇ ਸੁਭਾਏਮਾਨ ਹੈ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਬੇਨਤੀ ਕਰਦੇ ਨੇ, ਤੁਮ ਦਾਤੇ ਠਾਕੁਰ ਪ੍ਰਤਪਾਲਕ। ਮਹਾਰਾਜ ਆਪ ਸਾਰੀ ਸ੍ਰਿਸ਼ਟੀ ਨੂੰ ਸਾਜ ਕੇ ਸਾਰੀ ਸ੍ਰਿਸ਼ਟੀ ਦੇ ਜੀਆਂ ਨੂੰ ਦਾਤਾਂ ਦੇਣ ਵਾਲੇ ਹੋ, ਸਾਡੇ ਮਾਲਕ ਹੋ, ਸਾਰਿਆਂ ਦੀ ਪ੍ਰਤਪਾਲਣਾ ਕਰਨ ਵਾਲੇ ਹੋ। ਜਿਵੇਂ ਹਜ਼ੂਰ ਨੇ ਕਥਨ ਕੀਤਾ ਹੈ, ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਸੰਗਤ ਜੀ, ਸਿਰ ਬਸਿਰ ਵਾਹਿਗੁਰੂ ਸਾਰਿਆਂ ਨੂੰ ਰਿਜਕ ਦੇ ਰਿਹਾ ਹੈ। ਐਸਾ ਕੋਈ ਜੀਵ ਜੰਤੂ ਨਹੀਂ ਜਿਹਨੂੰ ਰਿਜਕ ਨਾ ਮਿਲਦਾ ਹੋਵੇ। ਸੈਲ ਪੱਥਰ ਮੈਂ ਜੰਤ ਉਪਾਏ, ਤਾਕਾ ਰਿਜਕ ਆਗੇ ਕਰ ਧਰਿਆ। ਖੁਸ਼ਕ ਪੱਥਰਾਂ ਦੇ ਵਿੱਚ ਜੀਵ ਪੈਦਾ ਕਰਕੇ ਉਹਨਾਂ ਦਾ ਰਿਜਕ ਵੀ ਵਾਹਿਗੁਰੂ ਨੇ ਉਹਨਾਂ ਦੇ ਅੱਗੇ ਰੱਖਿਆ ਹੋਇਆ ਹੈ। ਇਸ ਕਰਕੇ ਹਜ਼ੂਰ ਕਹਿੰਦੇ ਨੇ, ਨਾ ਕਰ ਚਿੰਤ, ਚਿੰਤਾ ਹੈ ਕਰਤੇ। ਤੂੰ ਚਿੰਤਾ ਨਾ ਕਰਿਆ ਕਰ ਵੀ ਕਿਵੇਂ ਗੁਜ਼ਾਰਾ ਹੋਵੇਗਾ, ਪਰਿਵਾਰ ਕਿਵੇਂ ਪਲੇਗਾ। ਸਤਿਗੁਰੂ ਜੀ ਕਹਿੰਦੇ ਇਹ ਤਾਂ ਉਸ ਕਰਤੇ ਨੂੰ ਚਿੰਤਾ ਹੈ ਜਿਹਨੇ ਇਹਨਾਂ ਜੀਵਾਂ ਨੂੰ ਬਾਤ ਲੋਕ ਵਿੱਚ ਭੇਜਿਆ ਹੈ। ਇਹ ਸਾਰੀ ਚਿੰਤਾ ਉਹਨੂੰ ਹੈ ਤੇ ਤੂੰ ਉਹਦਾ ਚਿੰਤਨ ਕਰਿਆ ਕਰ। ਤੈਨੂੰ ਚਿੰਤਾ ਕਰਨ ਦੀ ਲੋੜ ਨਹੀਂ, ਤੂੰ ਵਾਹਿਗੁਰੂ ਨੂੰ ਚੇਤੇ ਕਰਿਆ ਕਰ। ਉਹ ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ। ਤੁਮ ਦਾਤੇ ਠਾਕੁਰ ਪ੍ਰਤਪਾਲਕ। ਮਹਾਰਾਜ ਤੁਸੀਂ ਸਾਡੇ ਦਾਤੇ ਹੋ, ਸਾਨੂੰ ਦਾਤਾਂ ਦੇਣ ਵਾਲੇ ਹੋ। ਦੇਂਦਾ ਦੇ, ਲੈਂਦੇ ਤੱਕ ਪਾਹੇ। ਦਾਤਾਂ ਦੇਣ ਵਾਲਾ ਦਾਤਾਰ ਪਿਤਾ ਵਾਹਿਗੁਰੂ ਦਾਤਾਂ ਦੇ ਹੀ ਜਾਂਦਾ ਹੈ। ਦਾਤਾਂ ਲੈਣ ਵਾਲੇ ਜੀਵ ਜਿਹੜੇ ਨੇ ਨਾ ਜੀ, ਉਹ ਥੱਕ ਜਾਂਦੇ ਨੇ, ਮੁੱਕ ਜਾਂਦੇ ਨੇ, ਪਰ ਉਹ ਦਾਤਾ ਨਾ ਥੱਕਦਾ ਹੈ ਨਾ ਹੀ ਮੁੱਕਦਾ ਹੈ। ਉਹ ਦਾਤਾ ਦੇ ਹੀ ਜਾਂਦਾ ਹੈ। ਇਸ ਕਰਕੇ ਹਜ਼ੂਰ ਕਹਿੰਦੇ ਤੁਸੀਂ ਸਾਡੇ ਮਾਲਕ ਹੋ ਤੇ ਆਪ ਸਾਰਿਆਂ ਦੀ ਹੀ ਪ੍ਰਤਪਾਲਣਾ ਕਰਦੇ ਹੋ। ਇਸੇ ਕਰਕੇ ਹੀ ਭਗਤ ਧੰਨਾ ਜੀ ਨੇ ਰਾਗ ਆਸਾ ਵਿੱਚ ਜ਼ਿਕਰ ਕੀਤਾ, ਪਾਖਣ ਕੀਟ ਗੁਪਤ ਹੋਏ ਰਹਤਾ, ਤਾਚੋ ਮਾਰਗ ਨਾਹੀ। ਕਹੇ ਧੰਨਾ ਪੂਰਨ ਤਾਹੂ ਕੋ, ਮਤ ਰੇ ਜੀ ਡਰਾਹੀ। ਭਗਤ ਧੰਨਾ ਜੀ ਕਹਿੰਦੇ ਨੇ, ਪਾਖਣ ਕਹਿੰਦੇ ਨੇ ਪੱਥਰ ਨੂੰ। ਪੱਥਰ ਦੇ ਵਿੱਚ ਜੀਵ ਹੈ, ਪਰ ਉਹ ਪੱਥਰ ਦੇ ਵਿੱਚ ਕੋਈ ਛੇਕ ਨਹੀਂ। ਚਾਰ ਚੁਫੇਰਿਓਂ ਪੱਥਰ ਜਿਹੜਾ ਗੋਲ ਹੈ,
ਤਾਚੋ ਮਾਰਗ ਨਾਹੀ, ਉਹਦੇ ਵਿੱਚ ਕੋਈ ਮਾਰਗ ਨਹੀਂ, ਕੋਈ ਰਸਤਾ ਨਹੀਂ, ਕੋਈ ਛੇਕ ਨਹੀਂ। ਤੇ ਭਗਤ ਜੀ ਕਹਿੰਦੇ ਨੇ ਕਹੈ ਧੰਨਾ ਪੂਰਨ ਤਾਹੂ ਕੋ, ਉਹ ਵਾਹਿਗੁਰੂ ਪਰਿਪੂਰਨ ਪਰਮਾਤਮਾ ਪੂਰਨ ਹੈ, ਸਮਰੱਥ ਹੈ। ਕਾਹੇ ਜੀ ਡਰਾਹੀ, ਤੂੰ ਆਪਣੇ ਮਨ ਕਰਕੇ ਕਿਉਂ ਡਰੀ ਜਾਨਾ ਹੈ ਵੀ ਕਿਵੇਂ ਝਟ ਲੰਘੇਗਾ, ਕਿਵੇਂ ਗੁਜ਼ਾਰਾ ਹੋਵੇਗਾ। ਸਤਿਗੁਰੂ ਜੀ ਕਹਿੰਦੇ ਨਹੀਂ, ਜਿਹਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ ਨਾ, ਇਹ ਸਾਰੀ ਚਿੰਤਾ ਭਾਈ ਉਹਨੂੰ ਹੈ, ਉਸ ਵਾਹਿਗੁਰੂ ਨੂੰ ਚਿੰਤਾ ਹੈ। ਜਦੋਂ ਤੋਂ ਵਾਹਿਗੁਰੂ ਨੇ ਸ੍ਰਿਸ਼ਟੀ ਬਣਾਈ ਹੈ, ਉਦੋਂ ਤੋਂ ਹੀ ਸੰਗਤ ਜੀ ਉਹ ਸਾਰੀ ਸ੍ਰਿਸ਼ਟੀ ਨੂੰ, ਸਾਰੇ ਜੀ ਜਨਤਾ ਨੂੰ ਸਿਰ ਬਸਿਰ ਰਿਜ਼ਕ ਦੇ ਰਿਹਾ ਹੈ। ਤੇ ਸਤਿਗੁਰੂ ਜੀ ਕਹਿੰਦੇ ਤੁਸੀਂ ਸਾਡੇ ਦਾਤੇ ਹੋ, ਸਾਡੇ ਮਾਲਕ ਹੋ, ਸਾਡੀ ਪਾਲਣਾ ਕਰਨ ਵਾਲੇ ਹੋ। ਦੱਦਾ ਦਾਤਾ ਏਕ ਹੈ। ਸੰਗਤ ਜੀ ਦਾਤਾਂ ਦੇਣ ਵਾਲਾ ਵਾਹਿਗੁਰੂ ਇੱਕ ਹੈ, ਤੇ ਸਾਨੂੰ ਫਿਰ ਉਹਦੇ ਅੱਗੋਂ ਹੀ ਮੰਗਣਾ ਚਾਹੀਦਾ ਹੈ। ਜਿਵੇਂ ਹਜੂਰ ਨੇ ਜ਼ਿਕਰ ਕੀਤਾ, ਮੰਗਦੇ ਤਾਂ ਸਾਰੇ ਉਹਦੇ ਅੱਗੇ ਹੀ ਹੈ, ਪਰ ਕਈ ਦਾਤਾਂ ਜਿਹੜੀਆਂ ਅਸੀਂ ਮੰਗਦੇ ਨਹੀਂ ਤੇ ਵਾਹਿਗੁਰੂ ਸਾਨੂੰ ਬਗੈਰ ਮੰਗਿਆਂ ਤੋਂ ਦੇ ਹੀ ਜਾਂਦਾ ਹੈ, ਤੇ ਕੁਝ ਕੁ ਦਾਤਾਂ ਅਸੀਂ ਮੰਗ ਕੇ ਵੀ ਲੈਂਦੇ ਹਾਂ। ਸਤਿਗੁਰੂ ਜੀ ਕਹਿੰਦੇ ਵਾਹਿਗੁਰੂ ਤੁਸੀਂ ਸਮਰੱਥ ਹੋ, ਦਾਤੇ ਹੋ, ਸਾਡੇ ਮਾਲਕ ਹੋ, ਸਾਰੇ ਜੀਆਂ ਦੀ ਪਾਲਣਾ ਕਰਨ ਵਾਲੇ ਹੋ। ਨਾਇਕ ਖਸਮ ਹਮਾਰੇ, ਮਹਾਰਾਜ ਆਪ ਨਾਇਕ ਸਭ ਤੋਂ ਵੱਡੇ ਹੋ। ਨਾਇਕ ਆਪ ਜੀ ਪ੍ਰੇਰਕ ਹੋ। ਮਹਾਰਾਜ ਸਾਡੇ ਮਾਰਗ ਨੂੰ ਆਪ ਸਿੱਧੇ ਰਸਤੇ ਪਾਉਂਦੇ ਹੋ। ਸਾਡੇ ਮਾਲਕ ਉਹ ਮਹਾਰਾਜ ਆਪ ਜੀ। ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਸੱਚੇ ਪਾਤਸ਼ਾਹ ਜੀ ਨਿਮਕ ਨਿਮਕ ਕਾਲ ਵਿੱਚ ਆਪ ਜੀ ਸਾਡੀ ਪਾਲਣਾ ਕਰਦੇ ਹੋ। ਸੰਗਤ ਜੀ ਜਿਵੇਂ ਮਾਤਾ ਆਪਣੇ ਬੱਚੇ ਦੀ ਨਿਮਕ ਨਿਮਕ ਕਾਲ ਵਿੱਚ ਪਾਲਣਾ ਕਰਦੀ ਹੈ ਨਾ, ਇਸੇ ਤਰ੍ਹਾਂ ਪਰਮੇਸ਼ਰ ਵੀ ਨਿਮਕ ਨਿਮਕ ਥੋੜੇ ਥੋੜੇ ਸਮੇਂ ਦੇ ਵਿੱਚ ਸਾਰੀ ਸ੍ਰਿਸ਼ਟੀ ਦੀ ਪਾਲਣਾ ਕਰਦਾ ਹੈ। ਜਿਵੇਂ ਹਜੂਰ ਨੇ ਫਰਮਾਇਆ ਹੈ, ਅੰਤਰ ਬਾਹਰ ਮੁਖ ਦੇ ਗਰਾਸ, ਖਿਨ ਖਿਨ ਪੋਚਾਰ। ਮਾਂ ਅੰਦਰ ਜਾਂਦੀ ਹੈ, ਬਾਹਰ ਆਉਂਦੀ ਹੈ, ਥੋੜੇ ਥੋੜੇ ਸਮੇਂ ਦੇ ਵਿੱਚ ਉਹ ਬੱਚੇ ਦੇ ਮੁੱਖ ਵਿੱਚ ਕੁਛ ਨਾ ਕੁਛ ਪਾਉਂਦੀ ਰਹਿੰਦੀ ਹੈ। ਇਸੇ ਤਰ੍ਹਾਂ ਹੀ ਸੰਗਤ ਜੀ ਵਾਹਿਗੁਰੂ ਪਰਮੇਸ਼ਰ ਨਿਮਕ ਨਿਮਕ ਥੋੜੇ ਥੋੜੇ ਸਮੇਂ ਦੇ ਵਿੱਚ ਸਾਡੀ ਪਾਲਣਾ ਕਰਦੇ ਰਹਿੰਦੇ ਨੇ। ਹਮ ਬਾਰਿਕ ਤੁਮਰੇ ਧਾਰੇ, ਮਹਾਰਾਜ ਅਸੀਂ तमाम ਤੁਹਾਡੇ ਬੱਚੇ ਹਾਂ। ਧਾਰੇ ਦਾ ਅਰਥ ਪੈਦਾ ਕੀਤੇ ਹੋਏ, ਧਾਰੇ ਦਾ ਅਰਥ ਆਸਰਾ। ਮਹਾਰਾਜ ਤੁਹਾਡੇ ਪੈਦਾ ਕੀਤੇ ਹੋਏ ਹਾਂ ਤੇ ਤੁਹਾਡੇ ਹੀ ਆਸਰੇ ਹਾਂ, ਤੇ ਆਪ ਹੀ ਸਾਡੀ ਪਾਲਣਾ ਕਰਨ ਵਾਲੇ ਹੋ। ਜਿਹਵਾ ਏਕ ਕਵਨ ਗੁਣ ਕਹੀਐ, ਹੇ ਅਕਾਲ ਪੁਰਖ ਜੀ ਸਾਡੀ ਜ਼ਬਾਨ ਇੱਕ ਹੈ, ਇੱਕ ਜ਼ਬਾਨ ਕਰਕੇ ਕਵਨ ਗੁਣ ਕਹੀਏ। ਆਪ ਜੀ ਦੇ ਕਿਹੜੇ ਗੁਣ ਕਥਨ ਕਰੀਏ। ਹਮਰੀ ਜਿਹਬਾ ਏਕ ਪ੍ਰਭ, ਹਰ ਕੇ ਗੁਣ ਅਗਮ ਆਤਾ। ਸਾਡੀ ਜ਼ਬਾਨ ਇੱਕ ਹੈ, ਪਰ ਵਾਹਿਗੁਰੂ ਦੇ ਗੁਣ ਸੰਗਤ ਜੀ ਅਥਾਹ ਨੇ।
ਵਾਹਿਗੁਰੂ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਪਰਮੇਸ਼ਰ ਨੇ ਸਾਡੇ ਤੇ ਕਿਤਨੇ ਪਰਉਪਕਾਰ ਕੀਤੇ ਨੇ, ਅਸੀਂ ਗਿਣਤੀ ਨਹੀਂ ਕਰ ਸਕਦੇ। ਅਸੀਂ ਇੱਕ ਜ਼ਬਾਨ ਕਰਕੇ ਉਹਦੇ ਗੁਣਾਂ ਦਾ ਵਰਣਨ ਨਹੀਂ ਕਰ ਸਕਦੇ। ਸੰਗਤ ਜੀ, ਸ਼ੇਸ਼ਨਾਗ ਜਿਹਦੀ 1000 ਜ਼ਬਾਨ ਹੈ, ਉਹ ਨਿਤ ਤੋਂ ਨਿਤ ਨਵਾਂ ਨਾਮ ਲੈ ਕੇ ਪੁਕਾਰਦਾ ਹੈ, ਤੇ ਅੱਜ ਤੀਕਰ ਉਹ ਅੰਤ ਨਹੀਂ ਪਾ ਸਕਿਆ। ਤੇ ਸਾਡੀ ਇੱਕ ਜ਼ਬਾਨ ਉਹਦੇ ਕਿਹੜੇ ਕਿਹੜੇ ਗੁਣਾਂ ਦਾ ਵਰਣਨ ਕਰ ਸਕਦੀ ਹੈ? ਉਹਦੇ ਗੁਣ ਤਾਂ ਬੇਅੰਤ ਨੇ, ਉਹਦੇ ਗੁਣਾਂ ਦਾ ਵਰਣਨ ਨਹੀਂ ਕੀਤਾ ਜਾ ਸਕਦਾ। ਬੇਸ਼ੁਮਾਰ ਬੇਅੰਤ ਸੁਆਮੀ। ਸੱਚੇ ਪਾਤਸ਼ਾਹ ਜੀ ਆਪ ਬੇਸ਼ੁਮਾਰ, ਗਿਣਤੀ ਤੋਂ ਰਹਿਤ ਹੋ। ਹੇ ਮਾਲਕ, ਆਪ ਅੰਤ ਤੋਂ ਰਹਿਤ ਹੋ। ਤੁਹਾਡੀ ਗੁਣਾਂ ਦੀ ਕੋਈ ਗਿਣਤੀ ਨਹੀਂ ਕਰ ਸਕਦਾ ਵੀ ਉਹਦੇ ਵਿੱਚ ਇੰਨੇ ਕੁ ਗੁਣ ਨੇ। ਤੁਹਾਡਾ ਕੋਈ ਅੰਤ ਵੀ ਨਹੀਂ ਪਾ ਸਕਦਾ। ਅੰਤ ਕੋ ਚਾਹਣ ਜੋ ਗਏ ਸੇ ਆਏ ਅੰਤ ਗਵਾਏ। ਜਿਹੜੇ ਅੰਤ ਪਾਉਣ ਵਾਲੇ ਪਾਸੇ ਤੁਰੇ ਸੀ ਨਾ ਜੀ, ਉਹਨਾਂ ਦਾ ਆਪਣਾ ਅੰਤ ਹੋ ਗਿਆ, ਪਰ ਉਹ ਵਾਹਿਗੁਰੂ ਦਾ ਅੰਤ ਨਹੀਂ ਪਾ ਸਕੇ। ਇਸ ਕਰਕੇ ਹਜ਼ੂਰ ਕਹਿੰਦੇ ਨੇ, ਮਹਾਰਾਜ ਆਪ ਜੀ ਅਣਗਿਣਤ ਹੋ, ਬੇਅੰਤ ਹੋ, ਅੰਤ ਤੋਂ ਰਹਿਤ ਹੋ। ਮਾਲਕ ਜੀ ਤੇਰੋ ਅੰਤ ਨ ਕਿਨਹੀ ਲਹੀਐ। ਮਹਾਰਾਜ ਤੁਹਾਡਾ ਅੰਤ ਅੱਜ ਤੱਕ ਕਿਸੇ ਨੇ ਨਹੀਂ ਲਿਆ। ਅੱਜ ਤੱਕ ਤੁਹਾਡਾ ਅੰਤ ਕਿਸੇ ਨੇ ਪਾਇਆ ਨਹੀਂ। ਵੀ ਆਪ ਕਿੱਡੇ ਕੁ ਵੱਡੇ ਹੋ, ਆਪ ਜੀ ਕੋਲ ਕਿੰਨੇ ਕੁ ਗੁਣ ਨੇ, ਕੋਈ ਪਾ ਹੀ ਨਹੀਂ ਸਕਦਾ ਆਪ ਜੀ ਦੇ ਅੰਤ ਨੂੰ। ਆਪ ਜੀ ਬੇਅੰਤ ਹੋ ਸਕਦਾ ਕੋਈ ਸੰਸਾਰ ਨੂੰ ਮਾਪ ਲਵੇ, ਪਰ ਵਾਹਿਗੁਰੂ ਮਾਪਿਆ ਨਹੀਂ ਜਾ ਸਕਦਾ। ਸੰਗਤ ਜੀ, ਉਹ ਬੇਅੰਤ ਹੈ, ਬੇਸ਼ੁਮਾਰ ਹੈ। ਰਹਾਉ। ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ, ਸਮਝਾਉਂਦੇ ਨੇ ਨਾ, ਬੇਟਾ ਕੰਮ ਨਹੀਂ ਕਰਨਾ, ਆ ਕੰਮ ਨਹੀਂ ਕਰਨੇ। ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ, ਮਹਾਰਾਜ ਤੁਸੀਂ ਸਾਨੂੰ ਅਨੇਕਾਂ ਤਰੀਕਿਆਂ ਨਾਲ, ਅਨੇਕਾਂ ਯਤਨਾਂ ਕਰਕੇ ਸਮਝਾਉਂਦੇ ਹੋ, ਤੇ ਕਿਰਪਾ ਕਰਕੇ ਸਾਨੂੰ ਇਹ ਮਤ ਦਿੰਦੇ ਰਹੋ ਜੀ। ਹਮ ਅਗਿਆਨ ਅਲਪ ਮਤ ਥੋਰੀ। ਮਹਾਰਾਜ ਅਸੀਂ ਤਮਾਮ ਜੀਵ ਅਗਿਆਨੀ ਹਾਂ ਜੀ, ਗਿਆਨ ਤੋਂ ਰਹਿਤ ਹਾਂ ਮਹਾਰਾਜ। ਸਾਨੂੰ ਸਰੂਪ ਦਾ ਗਿਆਨ ਨਹੀਂ, ਸਾਨੂੰ ਆਪਣੇ ਆਪ ਦਾ ਗਿਆਨ ਨਹੀਂ, ਮਹਾਰਾਜ ਆਪ ਜੀ ਦੇ ਸਰੂਪ ਦਾ ਵੀ ਗਿਆਨ ਨਹੀਂ। ਇਸ ਕਰਕੇ ਅਸੀਂ ਅਗਿਆਨੀ ਹਾਂ, ਅਲਪ ਮਤ। ਤੇ ਸਾਡੀ ਮਤ ਜਿਹੜੀ ਹੈ ਨਾ, ਉਹ ਮਹਾਰਾਜ ਸਾਡੀ ਮਤ, ਸਾਡੀ ਅਕਲ, ਸਾਡੀ ਬੁੱਧ ਬਹੁਤ ਘੱਟ ਹੈ, ਥੋੜੀ ਤੋਂ ਥੋੜੀ ਹੈ। ਤੇ ਆਪ ਕਿਰਪਾ ਕਰੋ, ਆਪਣੇ ਬਿਰਦ ਦੀ ਲਾਜ ਰੱਖੋ। ਜੋ ਚਰਨ ਆਵੇ ਤਿਸ ਕੰਠ ਲਾਵੇ, ਇਹ ਬਿਰਦ ਸੁਆਮੀ ਸੰਦਾ। ਜਿਹੜਾ ਉਹਦੀ ਚਰਨ ਵਿੱਚ ਆਉਂਦਾ ਉਹਨੂੰ ਗਲ ਨਾਲ ਲਾ ਲੈਂਦਾ ਹੈ, ਇਹ ਵਾਹਿਗੁਰੂ ਦਾ ਬਿਰਦ ਹੈ। ਤੇ ਮਹਾਰਾਜ ਸਾਹਿਬ ਜੀ ਕਹਿੰਦੇ, ਤੁਮ ਆਪਣ ਬਿਰਦ ਰਖਾਵੋ। ਮਹਾਰਾਜ ਤੁਸੀਂ ਆਪਣੇ ਬਿਰਦ ਦੀ ਲਾਜ ਰੱਖੋ। ਤੁਮਰੀ ਸਰਣ ਤੁਮਾਰੀ ਆਸਾ। ਸੱਚੇ ਪਾਤਸ਼ਾਹ ਜੀ, ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ, ਤੇ ਤੁਹਾਡੀ ਆਸ ਕਰਕੇ ਆਏ ਆ। ਤੁਮ ਹੀ ਸੱਜਣ ਸੁਹੇਲੇ। ਕਿਉਂਕਿ ਆਪ ਹੀ ਸਾਡੇ ਸੁਖੀ ਸੱਜਣ ਹੋ,
ਤੇ ਸੰਗਤ ਜੀ ਜਿਹੜਾ ਸੱਜਣ ਸੁਖੀ ਹੋਵੇ ਨਾ, ਬੰਦਾ ਉਹਦੀ ਆਸ ਕਰਕੇ ਜਾਂਦਾ ਹੀ ਉਹਦੇ ਕੋਲ ਵੀ ਮੇਰਾ ਫਲਾਣਾ ਮਿੱਤਰ, ਮੇਰਾ ਫਲਾਣਾ ਸੱਜਣ ਉਹ ਬਹੁਤ ਸੁਖੀ ਹੈ ਧਨ ਪਦਾਰਥ ਕਰਕੇ, ਤੇ ਫਿਰ ਬੰਦਾ ਉਹਦੀ ਆਸ ਕਰਕੇ ਜਾਂਦਾ ਹੈ। ਜਿਵੇਂ ਸੁਦਾਮੇ ਦੀ ਘਰਵਾਲੀ ਨੇ ਸੁਦਾਮੇ ਨੂੰ ਕਿਹਾ ਸੀ ਤੁਹਾਡਾ ਮਿੱਤਰ ਦਵਾਰਕਾ ਦਾ ਰਾਜਾ ਹੈ ਤੇ ਉਹ ਸੁਖੀ ਹੈ, ਤੇ ਤੁਸੀਂ ਜਾਓ ਉਹਨੂੰ ਜਾ ਕੇ ਬੇਨਤੀ ਕਰੋ, ਹੋ ਸਕਦਾ ਆਪਣਾ ਵੀ ਉਹ ਦਲਿੱਦਰ ਆਪਣੀ ਗਰੀਬੀ ਦੂਰ ਕਰ ਦੇਵੇ। ਤੇ ਸੁਦਾਮੇ ਦੀ ਘਰਵਾਲੀ ਨੇ ਥੋੜੇ ਜਿਹੇ ਚੌਲ ਸੁਦਾਮੇ ਦੇ ਪੱਲੇ ਬੰਨ੍ਹ ਦਿੱਤੇ ਸੀ। ਉਹ ਵਿਚਾਰਾ ਗਿਣਤੀਆਂ ਗਿਣਦਾ ਤੁਰਿਆ ਜਾਂਦਾ ਹੈ, ਤੇ ਜਦੋਂ ਦਵਾਰਕਾ ਪਹੁੰਚਿਆ, ਦਵਾਰਪਾਲ ਨੂੰ ਨੇ ਜਾ ਕੇ ਕਿਹਾ ਮੈਂ ਭਗਵਾਨ ਕ੍ਰਿਸ਼ਨ ਜੀ ਨੂੰ ਮਿਲਣਾ ਹੈ। ਉਹਨੇ ਪੈਰਾਂ ਤੋਂ ਲੈ ਕੇ ਸਿਰ ਤੱਕ ਵੇਖਿਆ, ਗਲ ਜਿਹੜੇ ਸੀ ਮੈਲੇ ਕੁਚੈਲੇ ਕੱਪੜੇ ਫਟੇ ਹੋਏ ਸਨ। ਤੇ ਜਾ ਕੇ ਉਹਨੇ ਜਦੋਂ ਕ੍ਰਿਸ਼ਨ ਜੀ ਨੂੰ ਦੱਸਿਆ ਵੀ ਇਸ ਤਰ੍ਹਾਂ ਸੁਦਾਮੇ ਨਾਮ ਦਾ ਕੋਈ ਬੰਦਾ ਬਾਹਰ ਆਇਆ ਹੈ, ਤੇ ਸੰਗਤ ਜੀ ਕ੍ਰਿਸ਼ਨ ਜੀ ਛੱਡ ਸਿੰਘਾਸਣ ਹਰ ਜੀ ਆਏ, ਆਪਣਾ ਰਾਜ ਸਿੰਘਾਸਣ ਛੱਡ ਕੇ ਤੇ ਬਾਹਰ ਭੱਜੇ ਆਏ, ਤੇ ਆ ਕੇ ਸੁਦਾਮੇ ਨੂੰ ਗਲ ਵੱਕੜੀ ਪਾ ਲਈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜਾ ਸੁਖੀ ਸੱਜਣ ਹੋਵੇ ਨਾ ਜੀ, ਉਹਦੀ ਆਸ ਤਾਂ ਬੰਦਾ ਕਰਦਾ ਹੀ ਹੈ। ਔਰ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ, ਸੁਦਾਮੇ ਨੂੰ ਅੰਦਰ ਲਿਜਾ ਕੇ ਉਹਦੇ ਚਰਨ ਧੋਤੇ, ਉਹਨੂੰ ਰਾਜ ਸਿੰਘਾਸਣ ਤੇ ਬਿਠਾਇਆ, ਤੇ ਫਿਰ ਕਹਿੰਦੇ ਨੇ ਚਾਰ ਪਦਾਰਥ ਸकुच ਪਠਾਏ। ਚਾਰ ਪਦਾਰਥ ਸੁਦਾਮੇ ਦੇ ਘਰ ਵਿੱਚ ਸਕੋਚਵੇਂ, ਜਿਹਨੂੰ ਆਪਾਂ ਕਹਿੰਦੇ ਵੀ ਇਹ ਵੀ ਤੋੜੇ ਨੇ, ਉਹ ਕ੍ਰਿਸ਼ਨ ਜੀ ਨੇ ਸੁਦਾਮੇ ਦੇ ਘਰ ਵਿੱਚ ਭੇਜ ਦਿੱਤੇ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮਹਾਰਾਜ ਆਪ ਜੀ ਸਾਡੇ ਸੁਹੇਲੇ ਸੱਜਣ ਹੋ, ਸੁਖੀ ਸੱਜਣ ਹੋ ਮਹਾਰਾਜ, ਇਸ ਕਰਕੇ ਅਸੀਂ ਆਪ ਜੀ ਦੀ ਸ਼ਰਨ ਵਿੱਚ ਆਏ ਹਾਂ, ਆਪ ਜੀ ਦੀ ਆਸ ਤੱਕ ਕੇ ਆਏ ਹਾਂ। ਰਾਖੋ ਰਾਖਨ ਹਾਰ ਦਇਆਲਾ, ਮਹਾਰਾਜ ਆਪ ਰੱਖਿਆ ਕਰਨ ਵਾਲੇ ਹੋ, ਦਇਆ ਦੇ ਘਰ ਹੋ ਮਹਾਰਾਜ। ਆਪ ਜੀ ਕਿਰਪਾ ਕਰਕੇ ਸਾਡੀ ਵੀ ਵਿਕਾਰਾਂ ਤੋਂ, ਮੈਂ ਆਪ ਕੀ ਪਦਾਰਥਾਂ ਤੋਂ, ਜਮਾ ਤੋਂ ਰੱਖਿਆ ਕਰਨਾ ਕਰੋ। ਨਾਨਕ ਘਰ ਕੇ ਗੋਲੇ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਵਾਹਿਗੁਰੂ ਜੀ ਅਸੀਂ ਤੁਹਾਡੇ ਘਰ ਦੇ ਸੇਵਕ ਹਾਂ ਮਹਾਰਾਜ, ਤੁਹਾਡੇ ਦਾਸ ਹਾਂ, ਤੁਹਾਡੇ ਗੋਲੇ ਹਾਂ ਮਹਾਰਾਜ, ਤੇ ਆਪ ਕਿਰਪਾ ਕਰਕੇ ਸਾਡੀ ਹਰ ਪ੍ਰਕਾਰ ਸਹਾਇਤਾ ਕਰੋ ਮਹਾਰਾਜ, ਸਾਡੀ ਰੱਖਿਆ ਕਰਨਾ ਕਰੋ। ਇਹ ਸਤਿਗੁਰਾਂ ਨੇ ਪਾਵਨ ਸ੍ਰੀ ਮੁਖ ਵਾਕ ਬਖਸ਼ਿਸ਼ ਕੀਤਾ ਸੀ। ਚੱਲ ਰਹੀ ਲੜੀਵਾਰ ਕਥਾ ਜੀ ਨੇ ਆਨੰਦ ਸਾਹਿਬ ਜੀ ਦੀ ਬਾਣੀ ਦੇ ਸਰਲੇਖ ਹੇਠ ਜੋ ਉਚਾਰਨ ਕੀਤੀ ਹੈ, ਸੰਗਤ ਜੀ ਉਸ ਬਾਣੀ ਦੀ ਲੜੀਵਾਰ ਚੱਲ ਰਹੀ ਕਥਾ ਆਪ ਸਰਵਣ ਕਰੀਏ ਜੀ। ਜੀਹੋ ਮੈਲੇ ਬਾਹਰੋਂ ਨਿਰਮਲ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜੇ ਪੁਰਖ ਜੀਉ ਮੈਲੇ, ਅੰਦਰੋਂ ਮੈਲੇ ਨੇ ਵਿਕਾਰਾਂ ਕਰਕੇ, ਉਹ ਬਾਹਰੋਂ ਨਿਰਮਲ ਨੇ। ਬਾਹਰੋਂ ਉਹਨਾਂ ਦਾ ਲਿਬਾਸ ਬੜਾ ਨਿਰਮਲ ਹੁੰਦਾ ਹੈ, ਚਿੱਟੇ ਹੁੰਦੇ
ਆਪਣੇ ਬੱਗੇ ਨਾ ਕਹੀ ਹਨ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਹੜਾ ਬਗਲਾ ਹੈ ਨਾ ਜੀ, ਉਹ ਵੀ ਬਾਹਰੋਂ ਬੜਾ ਨਿਰਮਲ ਹੈ, ਬਾਹਰੋਂ ਪਵਿੱਤਰ ਹੈ, ਪਰ ਅੰਦਰੋਂ ਮੈਲਾ ਹੈ, ਕਿਉਂਕਿ ਉਹ ਛਪੜੀਆਂ ਦੇ ਕੜਾਰੇ ਤੇ ਰਹਿੰਦਾ ਹੈ ਤੇ ਸਮਾਧੀ ਲਾਈ ਰੱਖਦਾ ਹੈ, ਤੇ ਜਦੋਂ ਕੋਈ ਡੱਡੀ ਬੁੜਕਦੀ ਹੈ ਨਾ ਤੇ ਝਾਟੀ ਖਾ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਨੂੰ ਬੱਗੇ ਨਹੀਂ ਕਿਹਾ ਜਾ ਸਕਦਾ। ਬੱਗੇ ਕੌਣ ਨੇ? ਸਤਿਗੁਰੂ ਜੀ ਅੱਗੇ ਦਰਸਾਉਣਗੇ। ਹਜ਼ੂਰ ਕਹਿੰਦੇ ਜਿਨ੍ਹਾਂ ਦੇ ਹਿਰਦੇ ਮੈਲੇ ਨੇ ਨਾ, ਉਹ ਬਾਹਰੋਂ ਤਾਂ ਆਪਣੇ ਆਪ ਨੂੰ ਸੱਜਣ ਵਰਗੇ ਬੜੇ ਸੋਹਣੇ ਸੋਹਣੇ ਲਿਬਾਸ ਪਾ ਕੇ ਦਰਸਾਉਣਗੇ ਵੀ ਅਸੀਂ ਸਭ ਤੋਂ ਸੋਹਣੇ ਹਾਂ, ਸਭ ਤੋਂ ਨਿਰਮਲ ਹਾਂ, ਪਰ ਹਜ਼ੂਰ ਕਹਿੰਦੇ ਉਹ ਜੀਓ ਮੈਲੇ ਨੇ। ਬਾਹਰੋਂ ਨਿਰਮਲ ਜੀਉ ਤਾਂ ਮੈਲੇ। ਸੱਚੇ ਪਾਤਸ਼ਾਹ ਜੀ ਕਹਿੰਦੇ ਬਾਹਰੋਂ ਤਾਂ ਪਵਿੱਤਰ ਨੇ, ਪਰ ਅੰਦਰੋਂ ਮੈਲੇ ਨੇ, ਅੰਦਰ ਵਿਕਾਰਾਂ ਦੀ ਮੈਲ ਲੱਗੀ ਹੋਈ ਹੈ। ਤਿਨੀ ਜਨਮ ਜੂਐ ਹਾਰਿਆ। ਹਜ਼ੂਰ ਕਹਿੰਦੇ ਉਹਨਾਂ ਨੇ ਆਪਣੇ ਇਸ ਮਨੁੱਖਾ ਜਨਮ ਨੂੰ ਸੰਸਾਰ ਜੂਏ ਦੀ ਖੇਡ ਵਿੱਚ ਹਾਰ ਦਿੱਤਾ। ਇਹ ਤਿਸਨਾ ਵੱਡਾ ਰੋਗ ਲੱਗਾ। ਮਹਾਰਾਜ ਕਹਿੰਦੇ ਇਹ ਉਹਨਾਂ ਨੂੰ ਤ੍ਰਿਸ਼ਨਾ ਦਾ ਹਾਰਿਆ। ਉਹਨਾਂ ਨੇ ਮੌਤ ਜਿਹੜੀ ਹੈ ਨਾ, ਇਹ ਮਨ ਕਰਕੇ ਵਿਸਾਰ ਹੀ ਦਿੱਤੀ ਹੈ ਵੀ ਅਸੀਂ ਤਾਂ ਮਰਨਾ ਹੀ ਨਹੀਂ, ਅਸੀਂ ਤਾਂ ਮਰਨਾ ਹੀ ਨਹੀਂਗਾ। ਤੇ ਉਹਨਾਂ ਦੇ ਅੰਦਰ ਤ੍ਰਿਸ਼ਨਾ ਇੰਨੀ ਕੁ ਪ੍ਰਬਲ ਹੈ ਤੇ ਉਹ ਤ੍ਰਿਸ਼ਨਾ ਕਰਕੇ ਅੰਦਰੋਂ ਮੈਲੇ ਨੇ। ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ। ਸਵਾ ਵਰਗਾ ਕਾਲਾ ਹੋਇਆ ਪਿਆ ਹੈ ਤੇ ਬਾਹਰੋਂ ਅਸੀਂ ਬੜੇ ਪਵਿੱਤਰ ਜਾਪਦੇ ਹਾਂ। ਇਹ ਉਹਨਾਂ ਦੇ ਅੰਦਰ ਤ੍ਰਿਸ਼ਨਾ ਦਾ ਵੱਡਾ ਰੋਗ ਲੱਗਾ ਤੇ ਉਹਨਾਂ ਨੇ ਮੌਤ ਨੂੰ ਵਿਸਾਰ ਦਿੱਤਾ। ਵੇਦਾ ਮਹਿ ਨਾਮ ਉਤਮ ਸੋ ਸੁਣੈ ਨਾਹੀ। ਹਜ਼ੂਰ ਕਹਿੰਦੇ ਵੇਦਾਂ ਦੇ ਵਿੱਚ ਨਾਮ ਉੱਤਮ ਹੈ, ਪਰ ਉਹ ਸੁਣਦੇ ਨਹੀਂ। ਵੇਦਾਂ ਵਿੱਚ ਆਏ ਹੋਏ ਨਾਮ ਨੂੰ ਉਹ ਪੜ੍ਹਦੇ ਨਹੀਂ, ਜਪਦੇ ਨਹੀਂ, ਸੁਣਦੇ ਨਹੀਂ। ਫਿਰ ਹੈ ਜਿਉ ਬੇਤਾਲਿਆ। ਹਜ਼ੂਰ ਕਹਿੰਦੇ ਭੂਤੜਿਆਂ ਦੀ ਤਰ੍ਹਾਂ ਤੁਰੇ ਫਿਰਦੇ ਨੇ। ਵੇਦਾਂ ਵਿੱਚ ਆਏ ਜਿਹੜੇ ਕਰਮ ਕਾਂਡ ਨੇ ਨਾ ਜੀ, ਉਹਨਾਂ ਕਰਮ ਕਾਂਡਾਂ ਨੂੰ ਤਾਂ ਕਰਦੇ ਨੇ, ਪਰ ਸੰਗਤ ਜੀ ਉਹ ਨਾਮ ਨਹੀਂ ਸੁਣਦੇ, ਨਾਮ ਨਹੀਂ ਜਪਦੇ, ਕੇਵਲ ਕਰਮ ਕਾਂਡਾਂ ਦੇ ਵਿੱਚ ਹੀ ਲੱਗੇ ਹੋਏ ਨੇ। ਕਹੈ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ। ਹਜ਼ੂਰ ਕਥਨ ਕਰਦੇ ਨੇ ਜਿਨ੍ਹਾਂ ਨੇ ਸੱਚ ਨੂੰ ਛੱਡ ਦਿੱਤਾ ਤੇ ਝੂਠ ਵਿੱਚ ਲੱਗ ਗਏ। ਤਿਨੀ ਜਨਮ ਜੂਐ ਹਾਰਿਆ। ਉਹਨਾਂ ਨੇ ਆਪਣੇ ਮਨੁੱਖਾ ਜਨਮ ਨੂੰ ਸੰਗਤ ਜੀ ਸੰਸਾਰ ਦੇ ਅੰਦਰ ਵਿਕਾਰਾਂ ਦੀ ਖੇਡ ਖੇਡਦਿਆਂ ਤ੍ਰਿਸ਼ਨਾ ਦੇ ਵਸ ਹੋ ਕਰਕੇ ਇਹ ਜੂਏ ਦੀ ਖੇਡ ਵਿੱਚ ਆਪਣੇ ਜਨਮ ਨੂੰ ਹਾਰ ਦਿੱਤਾ। ਜੀਹੋ ਨਿਰਮਲ ਬਾਹਰੋਂ ਨਿਰਮਲ। ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਤੇ ਬਾਹਰੋਂ ਵੀ ਨਿਰਮਲ ਨੇ। ਬਾਹਰੋਂ ਤਾਂ ਨਿਰਮਲ ਜੀਹੋ ਨਿਰਮਲ। ਹਜ਼ੂਰ ਫਿਰ ਕਹਿੰਦੇ ਨੇ ਬੀਬਸਾ ਅਲੰਕਾਰ ਦੁਆਰਾ ਕਿ ਉਹ ਬਾਹਰੋਂ ਵੀ ਨਿਰਮਲ ਨੇ ਤੇ ਉਹ ਜੀ ਕਰਕੇ ਵੀ ਨਿਰਮਲ ਨੇ।
ਭਾਵ ਉਹ ਅੰਦਰੋਂ ਮਨ ਕਰਕੇ ਵੀ ਨਿਰਮਲ ਨੇ। ਸਤਿਗੁਰ ਤੇ ਕਰਨੀ ਕਮਾਣੀ। ਸਤਿਗੁਰੂ ਦਾ ਉਪਦੇਸ਼ ਪ੍ਰਾਪਤ ਕਰਕੇ ਉਹਨਾਂ ਨੇ ਭਗਤੀ ਰੂਪੀ ਜਿਹੜੀ ਕਰਨੀ ਹੈ ਇਹਨੂੰ ਕਮਾਉਣਾ ਕੀਤਾ। ਕੂੜ ਕੀ ਸੋਏ ਪਹੁੰਚੈ ਨਾਹੀ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕੂੜ, ਝੂਠ ਦੀ ਜਿਹੜੀ ਕਣਸੋ ਹੈ ਨਾ ਜੀ, ਉਹ ਉਹਨਾਂ ਤੱਕ ਨਹੀਂ ਪਹੁੰਚਦੀ। ਭਾਵ ਉਹ ਝੂਠੀ ਸੋਭਾ ਨੂੰ ਨਹੀਂ ਚਾਹੁੰਦੇ। ਮਨਸਾ ਸੱਚ ਸਮਾਣੀ। ਸੰਗਤ ਜੀ ਉਹਨਾਂ ਦੀ ਮਨਸਾ ਜਿਹੜੀ ਹੈ ਨਾ ਉਹ ਸੱਚੇ ਵਾਹਿਗੁਰੂ ਦੇ ਵਿੱਚ ਸਮਾਈ ਹੋਈ ਹੈ, ਲੈ ਹੋਈ ਹੈ। ਜਨਮ ਰਤਨ ਜਿਨੀ ਖਟਿਆ। ਜਿਨ੍ਹਾਂ ਨੇ ਇਸ ਜਨਮ ਰੂਪੀ ਰਤਨ ਨੂੰ ਖੱਟ ਲਿਆ। ਭਲੇ ਸੇਵਣ ਜਾਰੇ। ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਵਣਜਾਰੇ ਭਲੇ ਨੇ, ਉਹ ਵਣਜਾਰੇ ਚੰਗੇ ਨੇ, ਉਹ ਵਪਾਰੀ ਚੰਗੇ ਨੇ ਜਿਨ੍ਹਾਂ ਨੇ ਆਪਣੇ ਇਸ ਜਨਮ ਰੂਪੀ ਰਤਨ ਨੂੰ ਕਮਾ ਲਿਆ। ਕਹੈ ਨਾਨਕ ਜਿਨ ਮਨ ਨਿਰਮਲ। ਹਜੂਰ ਕਹਿੰਦੇ ਨੇ ਭਾਈ ਜਿਨ੍ਹਾਂ ਦਾ ਮਨ ਪਵਿੱਤਰ ਹੈ, ਸਦਾ ਰਹੇ ਗੁਰ ਨਾਲੇ। ਉਹ ਤਾਂ ਹਮੇਸ਼ਾ ਹੀ ਗੁਰੂ ਦੇ ਨਾਲ ਰਹਿੰਦੇ ਨੇ। ਸੰਗਤ ਜੀ ਹਮੇਸ਼ਾ ਗੁਰੂ ਦੇ ਨਾਲ ਰਹਿਣਾ ਮਨ ਕਰਕੇ, ਭੈ ਭਾਵਨੀ ਕਰਕੇ ਗੁਰੂ ਦੇ ਨਾਲ ਰਹਿਣਾ ਹੈ, ਸਰੀਰ ਕਰਕੇ ਨਹੀਂ। ਐਸਾ ਨਹੀਂ ਵੀ 24 ਘੰਟੇ ਉਹ ਗੁਰੂ ਦੀ ਹਾਜ਼ਰੀ ਵਿੱਚ ਬੈਠਾ ਰਵੇ ਤੇ ਮਨ ਬਾਹਰ ਭੱਜਾ ਫਿਰਦਾ ਰਵੇ। ਨਹੀਂ ਨਹੀਂ, ਮਨ ਜਿਹੜਾ ਉਹ ਗੁਰੂ ਦੇ ਚਰਨਾਂ ਨਾਲ ਜੁੜਿਆ ਹੋਵੇ, ਭਾਵੇਂ ਉਹ ਕਿਤੇ ਵਿਦੇਸ਼ ਵਿੱਚ ਵੀ ਕਿਉਂ ਨਾ ਬੈਠਾ ਹੋਵੇ। ਇਹ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਮਨ ਕਰਕੇ ਸਦਾ ਹੀ ਗੁਰੂ ਨਾਲ ਜੁੜੇ ਰਹਿੰਦੇ ਨੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ। ਜੇ ਕੋਈ ਸਿੱਖ ਗੁਰੂ ਦੇ ਸਨਮੁਖ ਹੋਣਾ ਚਾਹਵੇ, ਹੋਵੇ ਤਾਂ ਸਨਮੁਖ ਸਿੱਖ ਕੋਈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕੋਈ ਸਿੱਖ ਗੁਰੂ ਦੇ ਸਨਮੁਖ ਹੋਵੇ, ਜਿਉ ਰਹਿ ਗੁਰ ਨਾਲੇ। ਮਹਾਰਾਜ ਉਹਦੀ ਨਿਸ਼ਾਨੀ ਕੀ ਹੈ? ਤੇ ਸਤਿਗੁਰੂ ਜੀ ਕਹਿੰਦੇ ਨੇ ਜੀਉ ਰਹਿ ਗੁਰ ਨਾਲੇ। ਉਹ ਮਨ ਕਰਕੇ ਸਦਾ ਹੀ ਗੁਰੂ ਨਾਲ ਜੁੜਿਆ ਰਹਿੰਦਾ ਹੈ। ਉਹਦੇ ਮਨ ਅੰਦਰ ਸਦਾ ਹੀ ਗੁਰੂ ਦਾ ਭੈ ਵਸਿਆ ਰਹਿੰਦਾ ਹੈ। ਗੁਰ ਕੇ ਚਾਰਣ ਹਿਰਦੈ ਧਿਆਏ। ਗੁਰੂ ਦੇ ਉਪਦੇਸ਼ ਰੂਪੀ ਚਰਨਾਂ ਨੂੰ ਉਹ ਆਪਣੇ ਹਿਰਦੇ ਵਿੱਚ, ਮਨ ਵਿੱਚ ਧਿਆਉਂਦਾ। ਅੰਤਰ ਆਤਮੈ ਸਮਾਲੇ। ਅਤੇ ਆਪਣੇ ਆਤਮੇ, ਮਨ ਅੰਤਰ, ਅੰਤਰ ਦਾ ਅਰਥ ਹੈ ਵਿੱਚ, ਆਤਮੇ ਦਾ ਅਰਥ ਹੈ ਮਨ। ਮਨ ਵਿੱਚ ਵਾਹਿਗੁਰੂ ਨੂੰ ਅਥਵਾ ਗੁਰੂ ਦੇ ਗੁਣਾਂ ਨੂੰ ਸੰਭਾਲਦਾ ਹੈ। ਆਪ ਛੱਡ ਸਦਾ ਰਹਿ ਪਰਣੈ। ਸੰਗਤ ਜੀ ਉਹ ਗੁਰੂ ਕਾ ਸਿੱਖ ਆਪਾ ਭਾਵ ਨੂੰ ਤਿਆਗ ਦਿੰਦਾ ਹੈ। ਉਹ ਮੈਂ ਨਹੀਂ ਕਰਦਾ ਕਿ ਮੈਂ ਐ ਕੀਤਾ, ਮੈਂ ਉਹ ਕੀਤਾ। ਸਤਿਗੁਰੂ ਜੀ ਕਹਿੰਦੇ ਨਹੀਂ, ਉਹਨੇ ਆਪਾ ਭਾਵ ਨੂੰ ਤਿਆਗ ਦਿੱਤਾ। ਆਪ ਛੱਡ ਸਦਾ ਰਹੇ। ਸਦਾ ਉਹ ਗੁਰੂ ਦੇ ਪਰਨੇ ਰਹਿੰਦਾ ਹੈ, ਗੁਰੂ ਦੇ ਆਸਰੇ ਰਹਿੰਦਾ ਹੈ। ਆਪਾ ਭਾਵ ਨੂੰ ਤਿਆਗ ਕੇ ਉਹ ਸਦਾ ਗੁਰੂ ਨਾਲ ਜੁੜਿਆ ਰਹਿੰਦਾ। ਗੁਰ ਬਿਨ ਅਵਰ ਨ ਜਾਣੈ ਕੋਏ। ਤੇ ਗੁਰੂ ਸਾਹਿਬ ਨਾਨਕ ਸੁਣੋ ਸੰਤੋ। ਹਜੂਰ ਕਹਿੰਦੇ ਨੇ ਸ਼ਾਂਤ ਆਤਮਾ ਮਹਾਤਮਾ ਜਨੋ ਸੁਣਨਾ ਕਰੋ। ਸੋ ਸਿੱਖ ਸਨਮੁਖ ਹੋਏ। ਮਹਾਰਾਜ ਜੀ ਕਹਿੰਦੇ ਉਹ ਸਿੱਖ ਗੁਰੂ ਦੇ ਸਨਮੁਖ ਹੁੰਦਾ ਹੈ ਜਿਹੜਾ ਆਪਾ ਭਾਵ ਨੂੰ ਤਿਆਗ ਦਿੰਦਾ ਹੈ। ਹਰੇਕ ਗੱਲ ਦੇ ਨਾਲ ਗੁਰੂ ਨੂੰ ਯਾਦ ਕਰਦਾ ਹੈ। ਸਤਿਗੁਰੂ ਜੀ ਕਹਿੰਦੇ ਭਾਈ ਉਹ ਸਿੱਖ
ਗੁਰੂ ਦੇ ਸਨਮੁਖ ਹੁੰਦਾ। ਜੇ ਕੋ ਗੁਰ ਤੇ ਵੇ ਮੁਖ ਹੋਵੇ, ਜੇ ਕੋਈ ਗੁਰੂ ਤੋਂ ਬੇਮੁਖ ਹੋ ਜਾਵੇ, ਬਿਨ ਸਤ ਗੁਰ ਮੁਕਤ ਨਾ ਪਾਵੇ। ਗੁਰੂ ਤੋਂ ਬਗੈਰ ਉਹਨੂੰ ਭਾਈ ਮੁਕਤੀ ਦੀ ਪ੍ਰਾਪਤੀ ਨਹੀਂ ਹੋ ਸਕਦੀ। ਪਾਵੇ ਮੁਕਤ ਨਾ ਹੋਰ ਥੈ ਕੋਈ। ਸੱਚੇ ਪਾਤਸ਼ਾਹ ਜੀ ਕਹਿੰਦੇ ਹੋਰ ਕਿਸੇ ਥਾਂ ਤੋਂ ਉਹਨੂੰ ਮੁਕਤੀ ਦੀ ਪ੍ਰਾਪਤੀ ਨਹੀਂ ਹੋਵੇਗੀ। ਪੁਛੋ ਬਵੇਕੀਆਂ ਜਾਏ। ਸਤਿਗੁਰੂ ਜੀ ਕਹਿੰਦੇ ਵਿਚਾਰਵਾਨ ਪਾਸਾ ਗਿਆਨੀਆਂ ਪਾਸੋਂ ਵਿਚਾਰਵਾਨਾਂ ਪਾਸੋਂ ਜਾ ਕੇ ਤੁਸੀਂ ਪੁੱਛ ਲਵੋ, ਉਹਨਾਂ ਨੂੰ ਮੁਕਤੀ ਨਹੀਂ ਪ੍ਰਾਪਤ ਹੁੰਦੀ ਜਿਹੜੇ ਗੁਰੂ ਤੋਂ ਬੇਮੁਖ ਹੋ ਜਾਂਦੇ ਨੇ। ਅਨੇਕ ਜੂਨੀ ਭਰਮ ਆਵੇ, ਫਿਰ ਉਹ ਅਨੇਕਾਂ ਜੂਨੀਆਂ ਦਾ ਭਰਮਣ ਕਰ ਕਰਕੇ ਆਵੇ ਜਾਵੇ ਪਰ ਉਹਨੂੰ ਮੁਕਤੀ ਨਹੀਂ। ਮੂਲਾ ਕਰਤਰੀ ਜਿਹਦੇ ਬਾਰੇ ਹਜੂਰ ਨੇ ਜ਼ਿਕਰ ਕੀਤਾ ਹੈ, ਨਾਲ ਕਿਰਾੜਾਂ ਦੋਸਤੀ ਕੂੜੇ ਕੂੜੀ ਪਾਏ, ਮਰਨ ਨ ਜਾਪੈ ਮੂਲਿਆ ਆਵੇ ਕਿਤੈ ਥਾਏ। ਉਹ ਮੂਲਾ ਜਿਹਨੂੰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਨਾਲ ਲਿਜਾ ਕਰਕੇ ਸੰਗਤ ਜੀ ਸੈਰ ਕਰਵਾਈ ਤੇ ਜਦੋਂ ਵਾਪਸ ਆਏ ਸਤਿਗੁਰੂ ਪਾਤਸ਼ਾਹ ਜੀ ਦੁਬਾਰਾ ਮੂਲੇ ਕੋਲ ਗਏ ਤੇ ਮੂਲੇ ਦੀ ਘਰਵਾਲੀ ਕਹਿਣ ਲੱਗੀ, ਵੇਖੋ ਸੁਆਮੀ ਜੀ, ਇਹ ਮਹਾਤਮਾ ਤੁਹਾਨੂੰ ਅੱਗੇ ਲੈ ਗਿਆ ਤੇ ਕਿੰਨਾ ਚਿਰ ਤੁਹਾਨੂੰ ਘਰ ਨਹੀਂ ਆਉਣ ਦਿੱਤਾ, ਤੇ ਜੇ ਹੁਣ ਚਲੇ ਗਏ ਤੇ ਪਤਾ ਨਹੀਂ ਤੁਸੀਂ ਆਵੋ ਕਿ ਨਾ ਆਓ। ਤੁਸੀਂ ਇਸ ਤਰ੍ਹਾਂ ਕਰੋ, ਤੁਸੀਂ ਆ ਗੋਹਿਆਂ ਦੇ ਘੇਰਨੇ ਵਿੱਚ ਲੁਕ ਜਾਓ ਤੇ ਮੈਂ ਗੁਰੂ ਨੂੰ ਮੋੜ ਦੇਣੀ ਹਾਂ। ਬਾਹਰ ਗਈ, ਜਾ ਕੇ ਬੂਹਾ ਖੋਲਿਆ, ਮਹਾਰਾਜ ਜੀ ਕਹਿਣ ਲੱਗੇ, ਮੂਲਾ ਕਿੱਥੇ ਬੀਬੀ? ਬੀਬੀ ਕਹਿਣ ਲੱਗੀ, ਮਹਾਰਾਜ ਮੂਲਾ ਤਾਂ ਕਿਤੇ ਬਾਹਰ ਗਿਆ ਹੋਇਆ। ਸਤਿਗੁਰੂ ਜੀ ਕਹਿੰਦੇ, ਚੰਗਾ ਫਿਰ ਜੇ ਬਾਹਰ ਗਿਆ ਤੇ ਬਾਹਰ ਹੀ ਸਹੀ। ਹਜ਼ੂਰ ਨੇ ਜਦੋਂ ਬਚਨ ਕੀਤਾ ਤੇ ਉਹਨੂੰ ਉਹ ਗੋਹਿਆਂ ਵਾਲੇ ਘੇਰਨੇ ਦੇ ਵਿੱਚੋਂ ਸੱਪ ਨੇ ਡੰਗ ਮਾਰਿਆ ਤੇ ਸਤਿਗੁਰੂ ਜੀ ਤੇ ਵਾਪਸ ਆ ਗਏ। ਜਦੋਂ ਬੀਬੀ ਨੇ ਜਾ ਕੇ ਖੁਸ਼ੀ-ਖੁਸ਼ੀ ਮੂਲੇ ਨੂੰ ਆਵਾਜ਼ ਮਾਰੀ, ਅੱਗੋਂ ਆਵਾਜ਼ ਨਾ ਆਈ। ਆਂਢ ਗੁਆਂਢ ਰੌਲਾ ਪੈ ਗਿਆ, ਮੰਜੇ ਤੇ ਪਾ ਕੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਲੈ ਆਏ। ਮਹਾਰਾਜ ਕਿਰਪਾ ਕਰੋ, ਸਾਡੇ ਤੋਂ ਗਲਤੀ ਹੋ ਗਈ ਹੈ। ਮਹਾਰਾਜ ਸਾਹਿਬ ਜੀ ਕਹਿਣ ਲੱਗੇ ਵੀ ਜਿਹੜਾ ਬਚਨ ਹੋਣਾ ਸੀ ਉਹ ਤਾਂ ਹੋ ਗਿਆ ਹੈ, ਪਰ ਹਾਂ ਤੁਸੀਂ ਇਹਨੂੰ ਅੰਤ ਸਮੇਂ ਸਾਡੇ ਕੋਲ ਲੈ ਕੇ ਆਏ ਹੋ। ਹੁਣ ਅਸੀਂ ਇਹਦਾ 10ਵੇਂ ਜਾਮੇ ਵਿੱਚ ਆ ਕੇ ਪ੍ਰਤਾਪ ਸੂਰਜ ਗ੍ਰੰਥ ਵਿੱਚ ਜ਼ਿਕਰ ਆਉਂਦਾ ਹੈ, ਮੂਲਾ ਗੁਰੂ ਤੋਂ ਬੇਮੁਖ ਹੋ ਕੇ ਦਸਮ ਪਾਤਸ਼ਾਹ ਜੀ ਤੱਕ ਉਹ ਵੱਖ-ਵੱਖ ਜੂਨੀਆਂ ਦਾ ਭਰਮਣ ਕਰਦਾ ਰਿਹਾ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਹਜੂਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਸਾਧ ਸੰਗਤ ਜੀ ਖਪਰਾ ਤੀਰ ਚਲਾ ਕੇ ਮੂਲੇ ਦਾ ਉਧਾਰ ਕੀਤਾ। ਖਪਰਾ ਤੀਰ ਅੱਜ ਕੱਲ ਆਪਾਂ ਤਖਤ ਸਾਹਿਬ ਜੀ ਤੇ ਜਦੋਂ ਸ਼ਾਸਤਰਾਂ ਦੇ ਦਰਸ਼ਨ ਕਰਦੇ ਆ ਨਾ, ਉਹਦੇ ਵਿੱਚ ਕਲਗੀਧਰ ਪਾਤਸ਼ਾਹ ਜੀ ਦਾ ਇੱਕ ਤੀਰ ਆਪਾਂ ਨੂੰ ਵਿਖਾਉਂਦੇ ਆ, ਉਹਨੂੰ ਖਪਰਾ ਤੀਰ ਕਹਿੰਦੇ ਆ। ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਏਡਾ ਵੱਡਾ ਤੀਰ ਚਲਾਉਣ ਦੀ ਕੀ ਲੋੜ ਸੀ, ਇਹ ਛੋਟਾ ਜਿਹਾ ਜਾਨਵਰ ਆਪਾਂ ਇੱਟਿਆਂ ਨਾਲ ਹੀ ਮਾਰ ਦੇਣਾ ਸੀ। ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਨਹੀਂ, ਅਸੀਂ ਪਹਿਲੇ ਜਾਮੇ ਵਿੱਚ ਨਾ ਇਹਦੇ ਨਾਲ ਬਚਨ ਕੀਤਾ ਸੀ, ਇਸ ਕਰਕੇ ਇਹ ਤੀਰ ਚਲਾ ਕੇ ਇਹਦਾ ਉਧਾਰ ਕੀਤਾ। ਪਾਵੈ ਮੁਕਤ ਨਾ ਹੋਰ ਤਾਂ ਕੋਈ, ਪੁੱਛੋ ਵਿਵੇਕੀਆਂ ਜਾਏ, ਅਨੇਕ ਜੂਨੀ ਭਰਮ ਆਵੇ। ਸੰਗਤ ਜੀ, ਅਨੇਕਾਂ ਜੂਨੀਆਂ ਦੇ ਵਿੱਚ ਜੀਵ ਭਰਮਦਾ ਰਹੇ, ਬਿਨ ਸਤ ਗੁਰ ਮੁਕਤ ਨਾ ਪਾਏ। ਜਿੰਨਾ ਚਿਰ ਉਹ ਗੁਰੂ ਦੇ ਸਨਮੁਖ ਨਹੀਂ ਹੁੰਦਾ, ਗੁਰੂ ਦਾ ਉਪਦੇਸ਼ ਨਹੀਂ ਕਮਾਉਂਦਾ, ਉਹਨਾਂ ਚਿਰ ਉਹਨੂੰ ਮੁਕਤੀ ਦੀ ਪ੍ਰਾਪਤੀ ਨਹੀਂ। ਫਿਰ ਮੁਕਤ ਪਾਏ ਲਾਗ ਚਰਣੀ। ਸਤਿਗੁਰੂ ਜੀ ਕਹਿੰਦੇ ਨੇ, ਫੇਰ
ਉਹ ਗੁਰੂ ਦੇ ਚਰਨੀ ਲੱਗ ਕੇ ਹੀ ਮੁਕਤੀ ਪ੍ਰਾਪਤ ਕਰ ਸਕਦਾ। ਸਤਿਗੁਰੂ ਸ਼ਬਦ ਸੁਣਾਏ। ਸਤਿਗੁਰੂ ਆਪਣਾ ਪਾਵਨ ਉਪਦੇਸ਼ ਸੁਣਾਉਂਦੇ ਨੇ ਤੇ ਗੁਰੂ ਕਾ ਸਿੱਖ ਫਿਰ ਉਪਦੇਸ਼ ਕਮਾਉਂਦਾ ਹੈ। ਕਲਪ ਸੰਗਤ ਜੀ ਇਹ ਸਾਰੇ ਜਿਹੜੇ ਨਿਵਰਤ ਹੋ ਜਾਂਦੇ ਨੇ, ਮੁਕਤੀ ਨਾਮ ਮਰਨ ਦਾ ਨਹੀਂ। ਸੰਗਤ ਜੀ ਮੁਕਤੀ ਨਾਮ ਹੈ ਸਾਡੇ ਫੁਰਨਿਆਂ ਦੇ ਰੁਕ ਜਾਣ ਦਾ। ਜਿਹੜਾ ਸਾਡਾ ਮਨ 24 ਘੰਟੇ ਫੁਰਨਿਆਂ ਦੇ ਵਿੱਚ ਤੁਰਿਆ ਫਿਰਦਾ ਰਹਿੰਦਾ ਹੈ ਨਾ, ਜਦੋਂ ਇਹ ਫੁਰਨੇ ਰੁਕ ਜਾਂਦੇ ਨੇ ਤੇ ਫਿਰ ਇਹਨੂੰ ਕਹਿੰਦੇ ਨੇ ਮੁਕਤ ਹੋ ਗਿਆ ਬੰਦਾ। ਤੇ ਜੇ ਮਰਦਿਆਂ ਵੀ ਫੁਰਨੇ ਨਹੀਂ ਰੁਕੇ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਵਾਸ਼ਨਾ ਵੱਧਦਾ ਆਵੇ ਜਾਵੇ। ਇਹਦੇ ਵਾਸ਼ਨਾ ਦਾ ਵੱਧਦਾ ਹੀ ਆਉਂਦਾ ਜਾਂਦਾ ਰਹਿੰਦਾ ਸੰਸਾਰ ਵਿੱਚ। ਇਸ ਕਰਕੇ ਸਤਿਗੁਰੂ ਜੀ ਨੇ ਉਪਦੇਸ਼ ਸੁਣਾਇਆ, ਗੁਰੂ ਕੇ ਸਿੱਖ ਨੇ ਉਪਦੇਸ਼ ਕਮਾਇਆ ਤੇ ਉਹਨੂੰ ਇਹਨਾਂ ਫੁਰਨਿਆਂ ਤੋਂ ਮੁਕਤੀ ਪ੍ਰਾਪਤ ਹੋਈ। ਕਹੈ ਨਾਨਕ ਵਿਚਾਰ ਦੇਖੋ। ਹਜੂਰ ਕਥਨ ਕਰਦੇ ਨੇ ਭਾਈ ਵਿਚਾਰ ਕਰਕੇ ਵੇਖਣਾ ਕਰੋ। ਬਿਨ ਸਤਿਗੁਰ ਮੁਕਤ ਨਾ ਪਾਏ। ਸਤਿਗੁਰੂ ਤੋਂ ਬਗੈਰ ਮੁਕਤੀ ਦੀ ਪ੍ਰਾਪਤੀ ਨਹੀਂ। ਸਤਿਗੁਰੂ ਜੀ ਨੇ ਇਹ ਪਾਵਨ ਆਨੰਦ ਸਾਹਿਬ ਜੀ ਦੀ ਬਾਣੀ ਵਿੱਚੋਂ ਅੱਜ ਦੀਆਂ 4 ਪੌੜੀਆਂ ਦੁਆਰਾ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਰਹਿਮਤ ਕਰਨ। ਸੰਗਤ ਜੀ ਗੁਰੂ ਸ਼ਬਦ ਨਾਲ ਜੁੜ ਕਰਕੇ ਆਪਣੇ ਅੰਦਰ ਨੂੰ ਪਵਿੱਤਰ ਕਰਨ ਦਾ ਯਤਨ ਕਰੀਏ, ਕਿਉਂਕਿ ਸਾਡਾ ਜਿਹੜਾ ਬਾਹਰ ਹੈ ਨਾ, ਬਾਹਰੀ ਸਰੀਰ, ਇਹ ਤਾਂ ਆਪਾਂ ਤਰ੍ਹਾਂ ਤਰ੍ਹਾਂ ਦੇ ਸਾਬਣ ਲਾ ਕੇ ਤੇ ਧੋ ਲੈਨੇ ਆ, ਇਹਦੀ ਮੈਲ ਲੱਥ ਜਾਂਦੀ ਹੈ। ਪਰ ਹੁਣ ਸਾਡੇ ਅੰਦਰ ਜਿਹੜਾ ਮੈਲ ਲੱਗੀ ਉਹ ਸਾਬਣ ਨਾਲ ਨਹੀਂ ਲੈਣੀ। ਸਤਿਗੁਰੂ ਜੀ ਕਹਿੰਦੇ ਨੇ ਭਰੀਆ ਹੱਥ ਪੈਰ ਧਨ ਦੇਹ, ਪਾਣੀ ਧੋਤਾ ਉਤਰ ਸੁਖੇ। ਭਰੀਏ ਮਤ ਪਾਪਾਂਗੇ ਸੰਗ ਉਹ ਧੋਪਾ। ਨਾਲ ਹੀ ਸਾਡੇ ਅੰਦਰ ਦੀ ਮੈਲ ਲੱਥਣੀ ਹੈ ਤੇ ਗੁਰੂ ਕਿਰਪਾ ਕਰੇ ਅੰਦਰ ਦੀ ਮੈਲ ਗੁਰੂ ਸ਼ਬਦ ਨਾਲ ਜੁੜ ਕੇ ਜ਼ਰੂਰ ਲਾਉਣ ਦਾ ਯਤਨ ਕਰੀਏ। ਸਤਿਗੁਰੂ ਜੀ ਦਾ ਕੁਟਾਨ ਕੋਟ ਸ਼ੁਕਰ। ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਫਿਰ ਮੁਕਤ ਪਾਏ ਲਾਗ ਚਰਣੀ। ਸਤਿਗੁਰੂ ਸ਼ਬਦ ਵਿਚਾਰ ਦੇਖੋ, ਵੇਣ ਸਤਿਗੁਰ ਮੁਕਤ ਨਾ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।